ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਰੁਕ ਕਰਦੇ ਹਾਂ ਅਗਲੀ ਵੱਡੀ ਖਬਰ ਦਾ। ਕੋਰੋਨਾ ਕਾਲ ਦੇ ਵਿੱਚ ਪੰਜਾਬ ਆਉਣ ਵਾਲਿਆਂ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ। ਪੰਜਾਬ ਆਉਣ ਵਾਲਿਆਂ ਨੂੰ ਕੁਆਰੰਟੀਨ ਤੋਂ ਛੋਟ ਹੋਵੇਗੀ। 72 ਘੰਟਿਆਂ ਦੀ ਐਂਟਰੀ ਦੇ ਲਈ ਕੁਆਰੰਟੀਨ ਦੀ ਲੋੜ ਨਹੀਂ ਹੋਵੇਗੀ, ਪਰ ਬਾਰਡਰ ਚੈੱਕ ਪੋਸਟ ਤੇ ਜਾਣਕਾਰੀ ਦੇਣੀ ਹੋਵੇਗੀ। 72 ਘੰਟੇ ਤੋਂ ਵੱਧ ਰੁਕਣ ਤੇ ਕੁਆਰੰਟੀਨ ਹੋਣਾ ਪਵੇਗਾ। ਫਿਰ 14 ਦਿਨ ਦੀ ਹੋਮ ਕੁਆਰੰਟੀਨ ਜ਼ਰੂਰੀ ਹੋਵੇਗੀ। ਸੋ ਬਹੁਤ ਹੀ ਅਹਿਮ ਖਬਰ ਹੈ ਕਿ ਕੋਰੋਨਾ ਕਾਲ ਦੇ ਵਿੱਚ 72 ਘੰਟਿਆਂ ਦੀ ਐਂਟਰੀ ਦੇ ਲਈ ਕੁਆਰੰਟੀਨ ਦੀ ਲੋੜ ਹੋਵੇਗੀ। ਪੰਜਾਬ ਆਉਣ ਵਾਲਿਆਂ ਨੂੰ ਕੁਆਰੰਟੀਨ ਤੋਂ ਛੋਟ ਹੋਵੇਗੀ, ਪਰ ਬਾਰਡਰ ਚੈੱਕ ਪੋਸਟ ਤੇ ਇਸ ਦੀ ਜਾਣਕਾਰੀ ਦੇਣੀ ਹੋਵੇਗੀ। ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਪੰਕਜ ਕਪਾਹੀ ਜੁੜੇ ਹੋਏ ਨੇ। ਜੀ ਪੰਕਜ, ਕੀ ਹੈ ਪੂਰੀ ਜਾਣਕਾਰੀ? ਹਾਲਾਤਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਦੀਆਂ ਨਵੀਂ ਗਾਈਡਲਾਈਨ ਆ ਰਹੀਆਂ ਨੇ। ਪੰਜਾਬ ਸਰਕਾਰ ਦੇ ਸਾਹਮਣੇ ਇੱਕ ਸ਼ਿਕਾਇਤਾਂ ਨਿਕਲ ਕੇ ਸਾਹਮਣੇ ਆ ਰਹੀਆਂ ਸੀਗੀਆਂ ਕਿ ਕੁਝ ਲੋਕ ਜਿਹੜੇ ਪੰਜਾਬ ਤੋਂ ਸਿਰਫ ਇੱਕ ਦਿਨ ਦੇ ਲਈ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਹੜਾ ਵਾਪਸ ਆ ਜਾਂਦੇ ਨੇ, ਲੇਕਿਨ ਉਹਨਾਂ ਨੂੰ 14 ਦਿਨ ਕੁਆਰੰਟਾਈਨ ਰਹਿਣਾ ਉਹ ਬੇहद ਮੁਸ਼ਕਿਲ ਹੋ ਜਾਂਦਾ ਹੈ, ਜਾਂ ਫਿਰ 7 ਦਿਨ ਕੁਆਰੰਟਾਈਨ ਰਹਿਣਾ ਉਹ ਬੇहद ਮੁਸ਼ਕਿਲ ਹੋ ਜਾਂਦਾ ਹੈ। ਤਾਂ ਇਸ ਮੁਤਲਕ ਸਰਕਾਰ ਨੇ, ਪੰਜਾਬ ਸਰਕਾਰ ਵੱਲੋਂ ਢਿੱਲ ਜਿਹੜੀ ਹੈ ਉਹ ਦਿੱਤੀ ਗਈ ਹੈ ਔਰ ਇਹ ਫੈਸਲਾ ਦਿੱਤਾ ਗਿਆ ਕਿ ਅਗਰ ਕੋਈ ਪੰਜਾਬ ਤੋਂ ਬਾਹਰ 72 ਘੰਟੇ ਦੇ ਲਈ ਜਾਂਦਾ ਤਾਂ ਉਸ ਨੂੰ ਇਸ ਤਰੀਕੇ ਨਾਲ ਕੁਆਰੰਟਾਈਨ ਜਿਹੜਾ ਨਹੀਂ ਹੋਣਾ ਹੋਵੇਗਾ। ਜੀ ਪੰਕਜ, ਨਾਲ ਇਹ ਵੀ ਜਾਣਕਾਰੀ ਦਿਓ ਕਿ ਜਿਹੜਾ ਕੋਈ ਚੰਡੀਗੜ੍ਹ ਤੋਂ ਪੰਜਾਬ ਜਾਣਾ ਚਾਹੁੰਦਾ ਹੈ, ਚਾਹੇ ਉਹ 1-2 ਦਿਨ ਦੇ ਲਈ ਚਾਹੇ ਹਫ਼ਤੇ ਲਈ ਜਾਣਾ ਚਾਹੁੰਦਾ ਹੈ, ਤੇ ਜਿਹੜੇ ਵੀ ਇਹ ਨਿਯਮ ਨੇ ਸਰਕਾਰ ਦੇ ਉਸ ਤੇ ਵੀ ਲਾਗੂ ਹੋਣਗੇ ਜਿਹੜਾ ਚੰਡੀਗੜ੍ਹ ਤੋਂ ਪੰਜਾਬ ਦੇ ਵਿੱਚ ਐਂਟਰ ਕਰ ਰਿਹਾ? ਪਰਮਿੰਦਰ, ਕਿਉਂਕਿ ਅਗਰ 7 ਦਿਨ ਤੋਂ ਜ਼ਿਆਦਾ ਸਮਾਂ ਜਿਹੜਾ ਵਾ ਪੰਜਾਬ ਤੋਂ ਬਾਹਰ ਬੰਦਾ ਰਹਿੰਦਾ, 3 ਦਿਨ ਤੋਂ ਜ਼ਿਆਦਾ ਸਮਾਂ ਜਿਹੜਾ ਅਗਰ ਪੰਜਾਬ ਤੋਂ ਬਾਹਰ ਰਹਿੰਦਾ, ਚਾਹੇ ਪੰਜਾਬ ਦੇ ਨਾਲ ਲੱਗਦੇ ਚੰਡੀਗੜ੍ਹ ਹੋਣ ਚਾਹੇ ਅੰਬਾਲਾ ਹੋਣ, ਉਸ ਨੂੰ ਬਕਾਇਦਾ ਤੌਰ ਤੇ ਜਿਹੜੀ ਹੈ ਉਹ ਕੁਆਰੰਟਾਈਨ ਰਹਿਣਾ ਹੋਏਗਾ, ਕਿਉਂਕਿ ਸਰਕਾਰ ਦੀਆਂ ਇਹ ਨਵੀਆਂ ਗਾਈਡਲਾਈਨ ਨੇ। ਔਰ ਕਿਉਂਕਿ ਜਦੋਂ ਤੁਸੀਂ ਪੰਜਾਬ ਤੋਂ ਬਾਹਰ ਜਾਣਾ ਤਾਂ ਕੋਵਾ ਐਪ ਜਿਹੜੀ ਪੰਜਾਬ ਸਰਕਾਰ ਦੀ ਬਣਾਈ ਹੈ ਉਸ ਦੀ ਰਜਿਸਟ੍ਰੇਸ਼ਨ ਹੋਣੀ ਲਾਜ਼ਮੀ ਤੌਰ ਤੇ ਹੁੰਦੀ ਹੈ, ਉਸ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੁੰਦੀ ਹੈ, ਉਸ ਦੀ ਲੋਕੇਸ਼ਨ ਜਿਹੜੀ ਹੈ ਉਹ ਸਰਕਾਰ ਜਿਹੜੀ ਹੈ ਉਹ ਟਰੈਕ ਕਰਦੀ ਹੈ। ਔਰ ਅਗਰ ਤੁਸੀਂ 72 ਘੰਟੇ ਤੋਂ ਪਹਿਲਾਂ ਪੰਜਾਬ ਦਾਖਲ ਵਾਪਸ ਆ ਜਾਓਗੇ ਤਾਂ ਤੁਹਾਨੂੰ ਕੁਆਰੰਟਾਈਨ ਜਿਹੜਾ ਉਹ ਨਹੀਂ ਹੋਣਾ ਹੋਏਗਾ, ਲੇਕਿਨ ਇਸ ਦੀ ਜਾਣਕਾਰੀ ਬਾਰਡਰ ਤੇ ਜਿਹੜੀਆਂ ਟੀਮਾਂ ਹੈ ਉਹਨਾਂ ਨੂੰ ਦੇਣੀ ਹੋਏਗੀ। ਠੀਕ ਹੈ ਪੰਕਜ, ਤਮਾਮ ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਬੜੀ ਅਹਿਮ ਖਬਰ ਹੈ, ਜਿਹੜੇ ਵੀ ਲੋਕ ਹੋਰਨਾਂ ਸਟੇਟਾਂ ਤੋਂ ਪੰਜਾਬ ਦੇ ਵਿੱਚ ਦਾਖਲ ਹੋ ਰਹੇ ਨੇ, ਪੰਜਾਬ ਜਾਣਾ ਚਾਹੁੰਦੇ ਨੇ, 72 ਘੰਟਿਆਂ ਦੀ ਐਂਟਰੀ ਦੇ ਲਈ ਕੁਆਰੰਟਾਈਨ ਦੀ ਲੋੜ ਨਹੀਂ ਹੋਵੇਗੀ। ਇਹ ਥੋੜੀ ਤਬਦੀਲੀ ਕੀਤੀ ਗਈ ਸਰਕਾਰ ਦੇ ਵੱਲੋਂ ਨਿਯਮਾਂ ਦੇ ਵਿੱਚ, ਤੇ ਪਰ ਬਾਰਡਰ ਚੈੱਕ ਪੋਸਟ ਤੇ ਉਹਨਾਂ ਨੂੰ ਪੂਰੀ ਜਾਣਕਾਰੀ ਦੇਣੀ ਹੋਵੇਗੀ। 72 ਘੰਟੇ ਤੋਂ ਵੱਧ ਰੁਕਣ ਤੇ ਕੁਆਰੰਟਾਈਨ ਵੀ ਹੋਣਾ ਪਵੇਗਾ। ਅਗਲੀ ਵੱਡੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਡੀਸੀ ਵਿਮਲ ਸੇਤੀਆ ਦੀ ਮਾਂ ਨੂੰ ਕਰੋਨਾ ਹੋਇਆ ਹੈ। ਮੋਢੇ ਦੇ ਵਿੱਚ ਫ੍ਰੈਕਚਰ ਦੇ ਇਲਾਜ ਦੇ ਲਈ ਹਸਪਤਾਲ ਗਏ ਸਨ ਤੇ ਟੈਸਟ ਕਰਵਾਉਣ ਤੇ ਕਰੋਨਾ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਕਈ ਦਿਨਾਂ ਤੋਂ ਮਾਂ ਦੇ ਸੰਪਰਕ ਵਿੱਚ ਡੀਸੀ ਨਹੀਂ ਆਏ ਸੀ। ਡੀਸੀ ਦੇ 2 ਭਰਾਵਾਂ ਦੇ ਨਾਲ ਉਹਨਾਂ ਦੀ ਮਾਂ ਰਹਿੰਦੀ ਹੈ। ਡੀਸੀ ਵੀ ਹੁਣ ਆਪਣਾ ਕਰੋਨਾ ਟੈਸਟ ਕਰਵਾਉਣਗੇ। ਸੋ ਵੱਡੀ ਖਬਰ ਹੈ ਫਰੀਦਕੋਟ ਤੋਂ, ਜਿੱਥੇ ਕਿ ਫਰੀਦਕੋਟ ਦੇ ਡੀਸੀ ਵਿਮਲ ਸੇਤੀਆ ਦੀ ਮਾਂ ਨੂੰ ਕਰੋਨਾ ਹੋਇਆ ਹੈ। ਕਰੋਨਾ ਰਿਪੋਰਟ ਪੋਜ਼ਿਟਿਵ ਆਈ ਹੈ। ਦਰਅਸਲ ਉਹ ਮੋਢੇ ਦੇ ਵਿੱਚ ਫ੍ਰੈਕਚਰ ਹੋਇਆ ਸੀਗਾ ਤੇ ਉਸ ਦੇ ਇਲਾਜ ਵਾਸਤੇ ਹਸਪਤਾਲ ਗਏ ਸਨ, ਤੇ ਜਦੋਂ ਟੈਸਟ ਕਰਵਾਇਆ ਗਿਆ, ਕਰੋਨਾ ਟੈਸਟ ਹੋਇਆ ਤਾਂ ਉਹਨਾਂ ਦੀ ਰਿਪੋਰਟ ਪੋਜ਼ਿਟਿਵ ਆਈ ਹੈ। ਕਈ ਦਿਨਾਂ ਤੋਂ ਮਾਂ ਦੇ ਸੰਪਰਕ ਵਿੱਚ ਡਿਪਟੀ ਕਮਿਸ਼ਨਰ ਨਹੀਂ ਆਏ ਸਨ। ਉੱਥੇ ਡੀਸੀ ਦੇ 2 ਭਰਾਵਾਂ ਦੇ ਨਾਲ ਉਹਨਾਂ ਦੀ ਮਾਂ ਫਿਲਹਾਲ ਰਹਿ ਰਹੀ ਸੀ। ਹੁਣ ਇਹ ਵੀ ਖਬਰ ਹੈ ਕਿ ਡਿਪਟੀ ਕਮਿਸ਼ਨਰ ਦੇ ਵੱਲੋਂ ਵੀ ਹੁਣ ਕਰੋਨਾ ਟੈਸਟ ਕਰਵਾਇਆ ਜਾਵੇਗਾ। ਅਗਲੀ ਖਬਰ ਟਿੱਡੀ ਦਲ ਦੇ ਨਾਲ ਜੁੜੀ ਹੋਈ ਹੈ। ਬਰਨਾਲਾ ਦੇ ਵਿੱਚ ਟਿੱਡੀ ਦਲ ਦੀ ਦਸਤਕ ਹੋਈ ਹੈ। 2 ਪਿੰਡਾਂ ਦੇ ਖੇਤਾਂ ਦੇ ਵਿੱਚ ਕੁਝ ਟਿੱਡੀਆਂ ਪਹੁੰਚੀਆਂ ਨੇ। ਕਿਸਾਨਾਂ ਨੂੰ ਇਸ ਤੋਂ ਬਾਅਦ 'ਚ ਫਿਕਰ ਸਤਾਉਣ ਲੱਗਿਆ ਹੈ। ਮਾਲਵਾ ਇਲਾਕੇ ਦੇ ਵਿੱਚ ਟਿੱਡੀਆਂ ਨੂੰ ਲੈ ਕੇ ਪਹਿਲਾਂ ਤੋਂ ਹੀ ਰੈੱਡ ਅਲਰਟ ਜਾਰੀ ਕੀਤਾ ਗਿਆ ਤੇ ਖੇਤੀਬਾੜੀ ਅਫਸਰਾਂ ਦੇ ਵੱਲੋਂ ਉਹਨਾਂ ਪਿੰਡਾਂ ਦਾ ਜਾਇਜ਼ਾ ਵੀ ਲਿਆ ਗਿਆ, ਜਿੱਥੇ ਕਿ ਕੁਝ ਟਿੱਡੀਆਂ ਕਿਸਾਨਾਂ ਨੂੰ ਵਿਖਾਈ ਦਿੱਤੀਆਂ ਨੇ। ਸੋ ਜਿਸ ਦੇ ਨਾਲ ਕਿਸਾਨਾਂ ਦੀ ਚਿੰਤਾ ਦੇ ਵਿੱਚ ਹੋਰ ਵੀ ਵਾਧਾ ਹੋ ਗਿਆ ਹੈ। ਬਰਨਾਲਾ ਜ਼ਿਲ੍ਹੇ 'ਚ ਟਿੱਡੀ ਦਲ ਦੀ ਦਸਤਕ ਹੋਈ ਹੈ। 2 ਪਿੰਡਾਂ ਦੇ ਖੇਤਾਂ ਦੇ ਵਿੱਚ ਕੁਝ ਟਿੱਡੀਆਂ ਪਹੁੰਚੀਆਂ, ਜਿਸ ਤੋਂ ਬਾਅਦ 'ਚ ਕਿਸਾਨਾਂ ਦੇ ਚਿਹਰੇ ਮੁਰਝਾਏ ਹੋਏ ਨੇ। ਹਾਲਾਂਕਿ ਖੇਤੀਬਾੜੀ ਵਿਭਾਗ ਦੀ ਜਿਹੜੀ ਟੀਮ ਹੈ ਉਹ ਮੌਕੇ ਤੇ ਪਹੁੰਚੀ, ਹਾਲਾਤਾਂ ਦਾ ਜਾਇਜ਼ਾ ਵੀ ਲਿਆ ਗਿਆ। ਉੱਥੇ ਖੇਤੀਬਾੜੀ ਵਿਭਾਗ ਦੇ ਵੱਲੋਂ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜਿੱਥੇ ਵੀ ਕਿਸਾਨਾਂ ਨੂੰ ਕੋਈ ਟਿੱਡੀ ਦਲ ਦਾ ਹਮਲਾ ਨਜ਼ਰ ਆਉਂਦਾ ਹੈ, ਟਿੱਡੀਆਂ ਨਜ਼ਰ ਆਉਂਦੀਆਂ, ਤਾਂ ਤੁਰੰਤ ਖੇਤੀਬਾੜੀ ਅਫਸਰਾਂ ਨੂੰ, ਖੇਤੀਬਾੜੀ ਵਿਭਾਗ ਨੂੰ ਸੂਚਿਤ ਕੀਤਾ ਜਾਵੇ, ਤਾਂ ਕਿ ਸਮਾਂ ਰਹਿੰਦਿਆਂ ਇਹ ਖਤਰੇ ਨੂੰ ਟਾਲਿਆ ਜਾ ਸਕੇ। ਕਿਉਂਕਿ ਟਿੱਡੀ ਦਲ ਅਜਿਹਾ ਟਿੱਡੀ ਦਲ ਹੈ ਕਿ ਜੋ ਕੁਝ ਹੀ ਮਿੰਟਾਂ ਦੇ ਵਿੱਚ ਕਿਸਾਨਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਕਰ ਦਿੰਦਾ ਹੈ।
ਤਬਾਹ ਕਰ ਦਿੰਦਾ ਹੈ। ਇਸ ਕਰਕੇ ਪਹਿਲਾਂ ਤੋਂ ਹੀ ਸਰਕਾਰ ਦੇ ਵੱਲੋਂ ਵੀ ਖੇਤੀਬਾੜੀ ਵਿਭਾਗ ਦੇ ਵੱਲੋਂ ਵੀ ਪੁਖਤਾ ਬੰਦੋਬਸਤ ਕੀਤੇ ਗਏ ਨੇ। ਮਾਲਵਾ ਖੇਤਰ ਦੇ ਵਿੱਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਪਰ ਬਰਨਾਲਾ ਤੋਂ ਖਬਰ ਹੈ ਜਿੱਥੇ ਕਿ 2 ਪਿੰਡਾਂ ਦੇ ਖੇਤਾਂ ਦੇ ਵਿੱਚ ਕੁਝ ਟਿੱਡੀਆਂ ਪਹੁੰਚੀਆਂ ਨੇ ਕਿਸਾਨਾਂ ਨੂੰ, ਜਿਸ ਤੋਂ ਬਾਅਦ 'ਚ ਫਿਕਰ ਵੀ ਸਤਾਉਣ ਲੱਗਿਆ ਹੈ। ਹਾਲਾਂਕਿ ਖੇਤੀਬਾੜੀ ਅਫਸਰ ਮੌਕੇ ਤੇ ਪਹੁੰਚੇ, ਉਹਨਾਂ ਵੱਲੋਂ ਹਾਲਾਤਾਂ ਦਾ ਜਾਇਜ਼ਾ ਵੀ ਲਿਆ ਗਿਆ। ਗੱਲ ਕਰਾਂਗੇ ਟਿੱਡੀ ਦਲ ਦਾ ਜਿੱਥੇ ਵੱਖ-ਵੱਖ ਸਟੇਟਾਂ 'ਚ ਕਿਤੇ ਹਮਲਾ ਕੀਤਾ ਦੇਖਿਆ ਗਿਆ, ਜਿੱਥੇ ਰਾਜਸਥਾਨ ਹੋਵੇ ਜਾਂ ਯੂਪੀ ਹੋਵੇ ਜਾਂ ਹਰਿਆਣਾ ਹੋਵੇ, ਪਰ ਉੱਥੇ ਪੰਜਾਬ ਵਿੱਚ ਤੇ ਕਈ ਏਰੀਆ ਅਲਰਟ ਕੀਤੇ ਗਏ ਨੇ। ਬਰਨਾਲਾ ਮਾਨਸਾ ਬਠਿੰਡਾ ਕੁਛ ਏਰੀਆ ਅਲਰਟ ਜ਼ਰੂਰ ਕੀਤੇ ਗਏ ਸੀ ਟਿੱਡੀ ਦਲ ਨੂੰ ਲੈ ਕੇ ਕਿ ਬਰਨਾਲਾ ਦੇ ਕੁਝ ਪਿੰਡਾਂ 'ਚ ਟਿੱਡੀ ਦਲ ਦੇ ਅੰਸ਼ ਵੀ ਦੇਖੇ ਗਏ ਨੇ। ਉੱਥੇ ਜਿਹੜੇ ਕਿਸਾਨ ਨੇ ਉਹਨਾਂ ਨੇ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਕੇ ਉਹਨਾਂ ਨੂੰ ਵੀ ਟਿੱਡੀ ਦਲ ਦੇ ਜਿਹੜੇ ਅੰਸ਼ ਸੀ ਉਹ ਉਹਨਾਂ ਨੂੰ ਦਿਖਾਏ ਗਏ ਨੇ, ਪਰ ਉੱਥੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ। ਪਰ ਅਸੀਂ ਦਿਖਾਵਾਂਗੇ ਸਾਡੇ ਨਾਲ ਇੱਥੇ ਖੇਤੀਬਾੜੀ ਵਿਭਾਗ ਦੇ ਮੁੱਖ ਅਫਸਰ ਬਲਦੇਵ ਸਿੰਘ ਡਾਕਟਰ ਸਾਹਿਬ ਜੇ ਗੱਲ ਕਰੀਏ ਜਿਹੜੇ ਟਿੱਡੀ ਦਲ ਦੇ ਅੰਸ਼ ਬਰਨਾਲਾ ਵਿੱਚ ਦੇਖੇ ਗਏ ਨੇ, ਇਹ ਸਹੀ ਉਹ ਟਿੱਡੀ ਦਲ ਦੇ ਉਸੇ ਪਰ ਉਹਨਾਂ ਨਾਲ ਦੇ ਪਰਿਵਾਰ ਦੇ ਨੇ ਕਿ ਹੋਰ ਨੇ? ਬਿਲਕੁਲ ਇਹ ਟਿੱਡੀ ਦਲ ਦੇ ਜਿਹੜੇ ਸੀਗੇ ਬਾਲਗ ਸੀਗੇ, ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹਾਈ ਅਲਰਟ ਜਿਹੜਾ ਕੀਤਾ ਗਿਆ ਸੀਗਾ ਕਿ ਸਾਊਥ ਅਫਰੀਕਾ ਜਾਂ ਪਾਕਿਸਤਾਨ ਵਾਲੇ ਪਾਸਿਓਂ ਇੱਕ ਜਿਹੜਾ ਟਿੱਡੀ ਦਲ ਆ ਉਹ ਆਪਣੇ ਪੰਜਾਬ ਦੇ ਵਿੱਚ ਜਾਂ ਹਰਿਆਣੇ ਦੇ ਰਾਜਸਥਾਨ ਦੇ ਵਿੱਚ ਨੁਕਸਾਨ ਕਰ ਸਕਦਾ। ਸੋ ਪਰਸੋਂ ਆਪਣਾ ਪਿਛਲੇ ਦਿਨਾਂ ਦੇ ਵਿੱਚ ਇਹ ਦੇਖਿਆ ਕਿ ਇਸ ਨੇ ਨੁਕਸਾਨ ਵੀ ਜਿਹੜਾ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਵਿੱਚ ਕੀਤਾ। ਸੋ ਕੁਦਰਤੀ ਹਵਾ ਦੀ ਜਿਹੜੀ ਦਿਸ਼ਾ ਸੀਗੀ ਉਹ ਪੰਜਾਬ ਵੱਲ ਨਹੀਂ ਸੀਗੀ, ਉਹ ਹਰਿਆਣੇ ਤੇ ਰਾਜਸਥਾਨ ਤੇ ਯੂਪੀ ਵੱਲ ਸੀਗੀ। ਸੋ ਇਸ ਕਰਕੇ ਜਿਹੜਾ ਪੰਜਾਬ ਦੇ ਵਿੱਚ ਬਹੁਤ ਜਿਹੜਾ ਘਾਟੇ ਦੇ ਆਪਣੇ ਬਾਲਗ ਜਿਹੜੇ ਆਏ ਨੇਗੇ, ਸੋ ਕਿਤੇ ਉਹ ਜਿਹੜੇ ਨੁਕਸਾਨ ਕਰਨ ਵਾਲੀ ਸਥਿਤੀ ਦੇ ਵਿੱਚ ਨਹੀਂ ਗਏ, ਕਿਉਂਕਿ ਇਸ ਦਾ ਜਿਹੜਾ ਝੁੰਡ ਆ ਬਹੁਤ ਵੱਡਾ ਹੁੰਦਾ ਦਲ, ਸੋ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਇਹ ਟਿੱਡੇ ਹੁੰਦੇ ਨੇਗੇ। ਸੋ ਜਿੱਥੇ ਫਸਲ ਦੇ ਉੱਪਰ ਜਾਂ ਬਨਸਪਤੀ ਦੇ ਉੱਪਰ ਬੈਠਦੇ ਨੇਗੇ ਉੱਥੇ ਬਿਲਕੁਲ ਇਹ 2-3 ਘੰਟਿਆਂ ਦੇ ਵਿੱਚ ਉਹ ਚਟਮ ਕਰ ਦਿੰਦੇ ਨੇਗੇ। ਸਾਰੇ ਜ਼ਿਲ੍ਹਾ ਬਰਨਾਲੇ ਦੇ ਵਿੱਚ ਸਾਡੀਆਂ ਟੀਮਾਂ ਨੇ ਸਰਵੇਖਣ ਕੀਤਾ, ਹੋਰ ਕਿਸੇ ਪਿੰਡਾਂ ਦੇ ਵਿੱਚ ਵੀ ਇਹਦਾ ਕੋਈ ਵੀ ਜਿਹੜਾ ਬਾਲਗ ਆ ਜਿਹੜਾ ਅਡਲਟ ਆ ਜਿਹੜਾ ਨਹੀਂ ਦੇਖਿਆ ਗਿਆ। ਸੋ ਸਾਡਾ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੂਰੀ ਤਰ੍ਹਾਂ ਸਤਰਕ ਆ। ਸਾਡੇ ਟੈਕਨੀਕਲ ਜਿਹੜਾ ਸਟਾਫ ਆ ਉਹਨਾਂ ਨੇ ਪਿੰਡਾਂ ਦੇ ਫਿਲਹਾਲ ਕੀ ਸਥਿਤੀ ਹੈ, ਤਾਜ਼ਾ ਜਾਣਕਾਰੀ ਲਈ ਮੇਰੇ ਸਹਿਯੋਗੀ ਆਸ਼ੀਸ਼ ਸ਼ਰਮਾ ਸਾਡੇ ਨਾਲ ਜੁੜੇ ਹੋਏ ਨੇ। ਆਸ਼ੀਸ਼, ਫਿਲਹਾਲ ਕਿਹੋ ਜਿਹੀ ਸਥਿਤੀ ਹੈ? ਜੇਕਰ 2 ਪਿੰਡਾਂ ਤੋਂ ਇਲਾਵਾ ਗੱਲ ਕੀਤੀ ਜਾਵੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਹੋਰ ਵੀ ਕਿਤੇ ਟਿੱਡੀਆਂ ਵਿਖਾਈ ਦਿੱਤੀਆਂ ਜਾਂ ਖੇਤੀਬਾੜੀ ਵਿਭਾਗ ਦੇ ਵੱਲੋਂ ਕੀ ਕਿਹਾ ਗਿਆ ਜਾਂ ਮੌਕੇ ਤੇ ਜਾਇਜ਼ਾ ਲਿਆ ਗਿਆ? ਜੀ ਜਿਵੇਂ ਪੰਜਾਬ ਦੇ ਬਾਕੀ ਪੰਜਾਬ ਦੇ ਇਲਾਵਾ ਹੋਰ ਸਟੇਟਾਂ 'ਚ ਟਿੱਡੀ ਦਲ ਦਾ ਹਮਲਾ ਜ਼ਰੂਰ ਦੇਖਿਆ ਗਿਆ, ਪਰ ਬਰਨਾਲੇ ਦੀ ਗੱਲ ਕਰੀਏ, ਬਰਨਾਲੇ ਦੇ ਨਾਲ ਹੀ ਲਾਗੇ ਸਰਸਾ ਵਿੱਚ ਕੁਝ ਦਿਨ ਪਹਿਲਾਂ ਟਿੱਡੀ ਦਲ ਦਾ ਹਮਲਾ ਦੇਖਿਆ ਗਿਆ ਸੀ। ਉੱਥੇ ਉਸ ਤੋਂ ਬਾਅਦ ਬਰਨਾਲੇ ਦੇ ਇਸੇ ਮਾਨਸਾ ਰੋਡ ਤੇ ਪਿੰਡ ਕਾਨੇਕੇ ਤੇ ਪੱਖੋ ਗਲਾ, ਉੱਥੇ 2 ਥਾਂ ਪਿੰਡਾਂ ਵਿੱਚ ਟਿੱਡੀ ਜਿਹੜੇ ਇਹਨਾਂ ਦੇ ਅੰਸ਼ ਦੇਖੇ ਗਏ ਨੇ। ਉੱਥੇ ਕਿਸਾਨਾਂ ਵੱਲੋਂ ਜ਼ਰੂਰ ਖੇਤੀਬਾੜੀ ਵਿਭਾਗ ਨੂੰ ਇਤਲਾਹ ਕੀਤੀ ਗਈ। ਉਹਨਾਂ ਨੇ ਮੌਕੇ ਤੇ ਪਹੁੰਚ ਕੇ ਖੇਤੀਬਾੜੀ ਅਫਸਰ ਨੇ ਇਹਦਾ ਜ਼ਰੂਰ ਸਪਸ਼ਟ ਕੀਤਾ ਕਿ ਇਹ ਉਹਨਾਂ ਦੇ ਅੰਸ਼ ਹੀ ਨੇ, ਪਰ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਪੂਰੇ ਬੰਦੋਬਸਤ ਕੀਤੇ ਹੋਏ ਪਿੰਡਾਂ ਵਿੱਚ ਇਤਲਾਹ ਵੀ ਕੀਤਾ ਤੇ ਆਪਣੀ ਟੀਮਾਂ ਵੀ ਲਗਾਈਆਂ ਹੋਈਆਂ, ਸਾਡੀ ਧਿਆਨ ਵੀ ਰੱਖਿਆ ਜਾ ਰਿਹਾ। ਕਿ ਹਾਲਾਂਕਿ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਟਿੱਡੀ ਜਿਹੜੇ ਮਤਲਬ ਕਿ ਸਾਰਾ ਸਰਸੇ ਦੇ ਬਾਅਦ ਇੱਥੇ ਹਜੇ ਕੋਈ ਖਤਰਾ ਤਾਂ ਹੈ ਨਹੀਂ, ਫਿਰ ਵੀ ਮਾਲਵੇ ਦੇ ਕੁਝ ਏਰੀਏ ਜ਼ਰੂਰ ਅਲਰਟ ਰੱਖੇ ਗਏ ਨੇ, ਬਰਨਾਲਾ ਬਠਿੰਡਾ ਸੰਗਰੂਰ ਮਾਨਸਾ। ਪਰ ਇਸ ਤੋਂ ਲੈ ਕੇ ਉਹਨਾਂ ਦੇ ਪਿੰਡ ਦੇ ਕਿਸਾਨਾਂ ਤੱਕ ਜ਼ਰੂਰ ਇਹ ਜਾਗਰੂਕ ਕੀਤਾ ਗਿਆ ਹੈ ਕਿ ਤੁਸੀਂ ਜੇ ਤੁਹਾਨੂੰ ਕੋਈ ਇਸ ਤਰ੍ਹਾਂ ਦੇ ਕੋਈ ਟਿੱਡੀ ਦਲ ਦਾ ਕੋਈ ਅੰਸ਼ ਦਿਖਦਾ ਹੈ ਜਾਂ ਕੋਈ ਪਤਾ ਲੱਗਦਾ ਤੇ ਤੁਸੀਂ ਸਾਨੂੰ ਇਤਲਾਹ ਦਿਓ ਤੇ ਸਾਡੀ ਟੀਮ ਉਹਦੀ ਅਸੀਂ ਉੱਥੇ ਮੌਕੇ ਤੇ ਪਹੁੰਚ ਕੇ ਇਹਦਾ ਮਤਲਬ ਕਿ ਜਿਹੜੀ ਵੀ ਰਿਪੋਰਟ ਅਸੀਂ ਜਾਂਚ ਕਰਾਂਗੇ ਤੇ ਇਹਦਾ ਜਿਵੇਂ ਧਿਆਨ ਰੱਖਿਆ ਜਾਊਗਾ। ਠੀਕ ਹੈ ਆਸ਼ੀਸ਼, तमाम ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਜਿਵੇਂ ਕਿ ਆਸ਼ੀਸ਼ ਸ਼ਰਮਾ ਇਹ ਜਾਣਕਾਰੀ ਦੇ ਰਹੇ ਸਨ, ਖੇਤੀਬਾੜੀ ਵਿਭਾਗ ਦਾ ਕਹਿਣਾ ਹੈ ਕਿ ਫਿਲਹਾਲ ਕੋਈ ਜ਼ਿਆਦਾ ਖਤਰਾ ਤਾਂ ਨਹੀਂ ਹੈ, ਪਰ ਫਿਰ ਵੀ ਕਿਸਾਨਾਂ ਨੂੰ ਵੀ ਅਲਰਟ ਰਹਿਣਾ ਪਵੇਗਾ। ਉੱਥੇ ਖੇਤੀਬਾੜੀ ਵਿਭਾਗ ਵੀ ਅਲਰਟ ਹੈ ਤੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਜਿੱਥੇ ਵੀ ਤੁਹਾਨੂੰ ਟਿੱਡੀ ਦਲ ਦਾ ਹਮਲਾ ਨਜ਼ਰ ਆਉਂਦਾ ਹੈ, ਟਿੱਡੀਆਂ ਨਜ਼ਰ ਆਉਂਦੀਆਂ ਨੇ, ਤੁਰੰਤ ਖੇਤੀਬਾੜੀ ਵਿਭਾਗ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇ। रुक करते अगली खबर का। मानसून शुरू हो चुका है। तेज बरसात के चलदियां सतलुज दरिया के पानी का पद्धर वधदा जा रहा है। पानी के वधदे पद्धर के नाल किसानां दीयां मुश्किलां भी वधदियां होईयां नज़र आ रही ने। फिलौर तो लैके झंड पीर कट तक बने बंद की हालत बहुत खस्ता है तो सरकार इस दे वल कोई भी ध्यान नहीं दे रही। किसानां दा कहना है कि जेकर तेज पानी के वहाव ने बन नूं नष्ट कर दिता तो फिलौर दे नाल लगदे ज़्यादातर पिंडां नूं तबाही का मंजर वेखना होवेगा। पिछले साल भी बरसात कारण सतलुज दरिया का बन कई थावां तो टुटिया सी ते कई पिंडां दे लोकां दीयां फसलां ते ज़मीनां बर्बाद हो गईयां सन। किसान यूनियन ने कहा कि जेकर प्रशासन ने उन्हां दी समस्या का
ਹੱਲ ਨਾ ਕੱਢਿਆ ਤਾਂ ਉਹ ਐਸਡੀਐਮ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਦੇ ਲਈ ਧਰਨਾ ਦੇਣ ਦੇ ਲਈ ਮਜਬੂਰ ਹੋਣਗੇ। ਦੂਜੇ ਪਾਸੇ ਡਰੇਨੇਜ ਵਿਭਾਗ ਦੇ ਅਧਿਕਾਰੀ ਮੁਤਾਬਕ ਸਥਿਤੀ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਜਲਦੀ ਸਮੱਸਿਆ ਦਾ ਹੱਲ ਵੀ ਕੀਤਾ ਜਾਵੇਗਾ। ਇਹ ਸਾਡੀ ਮੰਗ ਆ ਜੀ, ਜਮਹੂਰੀ ਕਿਸਾਨ ਸਭਾ ਵੱਲੋਂ ਅਸੀਂ ਜਿਹੜੀ ਆ ਹਰ ਵੇਲੇ ਇਹ ਬੇਟ ਦੇ ਲੋਕਾਂ ਦੀ ਲੜਾਈ ਲੜੀਦੀ ਆ। ਅਸੀਂ ਇਸ ਗੱਲ ਦੀ ਮੰਗ ਕਰਦੇ ਆ ਕਿ ਜਿਹੜੀ ਸ਼ੌਲੇ ਬਜਾੜਾਂ ਦੀ ਜ਼ਮੀਨ ਤੇ ਆ ਜਿਹੜੀ ਢਾਹ ਲੱਗੀ ਆ, ਇਹ ਘੱਟੋ ਘੱਟ ਨਹੀਂ 25-30 ਖੇਤ ਜਿਹੜੇ ਆ 4-5 ਦਿਨਾਂ ਦੇ ਵਿੱਚ ਡਿੱਗ ਗਏ ਦਰਿਆ ਦੇ ਵਿੱਚ, ਦਰਿਆ ਵੱਢ ਕੇ ਲੈ ਗਿਆ, ਜਿਹੜੀ ਕਿ ਬਹੁਤ ਵਧੀਆ ਜ਼ਮੀਨ ਸੀ। ਤੁਸੀਂ ਦੇਖੋਗੇ ਝੋਨੇ ਲੱਗੇ ਆ। ਔਰ ਸਾਡੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਇੱਥੇ ਜਿਹੜੀਆਂ ਆ ਠੋਕਰਾਂ ਲਾਈਆਂ ਜਾਣ, ਘੱਟੋ ਘੱਟ 2-3 ਠੋਕਰਾਂ ਲੱਗਣ। ਤੇ ਤਾਜ਼ਾ ਅਪਡੇਟ ਲਈ ਮੇਰੇ ਸਹਿਯੋਗੀ ਸੁਰਿੰਦਰ ਕੰਬੋਜ ਜੁੜੇ ਹੋਏ ਨੇ। ਜੀ ਸੁਰਿੰਦਰ, ਗੱਲ ਪਿਛਲੇ ਸਾਲ ਦੀ ਕੀਤੀ ਜਾਵੇ ਤਾਂ ਇਸ ਤੋਂ ਤਾਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਲੱਗਦਾ ਹੈ ਸਰਕਾਰ ਨੇ ਪਿਛਲੇ ਸਾਲ ਤੋਂ ਵੀ ਕੋਈ ਸਬਕ ਨਹੀਂ ਸਿੱਖਿਆ। ਤਾਜ਼ਾ ਸਥਿਤੀ ਜਾਣਨਾ ਚਾਹਾਂਗੇ ਇਸ ਬੰਦ ਦੀ। ਕੋਈ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕੋਈ ਜਾਇਜ਼ਾ ਲਿਆ ਗਿਆ ਹੈ, ਕੋਈ ਭਰੋਸਾ ਦਿੱਤਾ ਗਿਆ ਹੈ ਕਿ ਇਸ ਦਾ ਹੱਲ ਕੱਢਿਆ ਜਾਵੇਗਾ, ਬੰਨ ਵਧੀਆ ਬਣਾਇਆ ਜਾਵੇਗਾ? ਜੀ ਬਿਲਕੁਲ ਪਰਮਿੰਦਰ, ਜਿੱਦਾਂ ਕਿ ਪਿਛਲੇ ਸਾਲ ਦੀ ਜੇ ਗੱਲ ਕਰੀਏ ਤੇ ਫਲੋਰ ਇਲਾਕੇ ਦੇ ਵਿੱਚੋਂ ਤੇ ਸ਼ਾਹਕੋਟ ਇਲਾਕੇ ਦੇ ਵਿੱਚੋਂ ਜਿਹੜਾ ਤੁਸੀਂ ਬੰਨ ਹੈਗਾ ਉਹਦੇ ਚ ਦਰਾਰ ਪੈ ਗਈ ਤੇ ਕਾਫੀ ਪਿੰਡ ਜਿਹੜੇ ਸੀਗੇ ਇਹਦੇ ਨਾਲ ਪ੍ਰਭਾਵਿਤ ਹੋਏ ਸੀਗੇ ਤੇ ਬਹੁਤ ਸਾਰੀ ਫਸਲ ਜਿਹੜੀ ਸੀਗੀ ਉਹ ਖਰਾਬ ਹੋ ਗਈ ਸੀ। ਪਰ ਜੇ ਹੁਣ ਦੀ ਗੱਲ ਕਰੀਏ ਤੇ ਬੰਨ ਉਹਨਾਂ ਨੇ ਆਪਣੇ ਟੈਂਪਰੇਰੀ ਤੌਰ ਤੇ ਜਿਹੜਾ ਬਣਾ ਦਿੱਤਾ ਗਿਆ। ਕੁਝ ਜਿਹੜੇ ਸੰਤ ਬਲਵੀਰ ਸੀਚੇਵਾਲ ਸੀਗੇ ਉਹਨਾਂ ਵੱਲੋਂ ਗੰਨੀਆਂ ਚਾਹਲ ਦੇ ਵਿੱਚ ਕਾਫੀ ਵਧੀਆ ਕੰਮ ਕੀਤਾ ਗਿਆ, ਜੋ ਉੱਥੇ ਦੇ ਲੋਕ ਕਹਿੰਦੇ ਨੇ। ਪਰ ਜੇ ਗੱਲ ਕਰੀਏ ਫਲੋਰ ਦੀ, ਫਲੋਰ ਦੇ ਵਿੱਚ ਇੰਨੇ ਖਾਸ ਪ੍ਰਬੰਧ ਨਹੀਂ ਕੀਤੇ ਗਏ ਸਰਕਾਰ ਵੱਲੋਂ। ਜਿਹੜੇ ਕਿਸਾਨ ਹੈਗੇ ਉਹ ਹੁਣ ਵੀ ਕਹਿੰਦੇ ਨੇ ਵੀ ਜੇ ਬਰਸਾਤ ਜ਼ਿਆਦਾ ਹੁੰਦੀ ਹੈ, ਜੇ ਪਾਣੀ ਉੱਪਰੋਂ ਜ਼ਿਆਦਾ ਛੱਡ ਦਿੱਤਾ ਜਾਂਦਾ ਹੈ ਤਾਂ ਹਾਲਾਤ ਜਿਹੜੇ ਪਿਛਲੇ ਸਾਲ ਸੀਗੇ ਉਸ ਤੋਂ ਵੀ ਬੱਤਰ ਹੋ ਸਕਦੇ ਨੇ, ਕਾਫੀ ਨੁਕਸਾਨ ਦੁਬਾਰਾ ਹੋ ਸਕਦਾ, ਕਿਉਂਕਿ ਹਜੇ ਤੱਕ ਸਰਕਾਰੀ ਅਧਿਕਾਰੀਆਂ ਵੱਲੋਂ ਉੱਥੇ ਆ ਕੇ ਕੋਈ ਵੀ ਜਾਇਜ਼ਾ ਨਹੀਂ ਲਿਆ ਗਿਆ। ਠੀਕ ਹੈ ਸੁਰਿੰਦਰ, तमाम ਜਾਣਕਾਰੀ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਜਿਵੇਂ ਕਿ ਸਾਡੇ ਸਹਿਯੋਗੀ ਸੁਰਿੰਦਰ ਕੰਬੋਜ ਜਾਣਕਾਰੀ ਦੇ ਰਹੇ, ਹਜੇ ਤੱਕ ਕਿਸੇ ਦੇ ਵੀ ਪ੍ਰਸ਼ਾਸਨਿਕ ਅਧਿਕਾਰੀ ਦੇ ਕੰਨ ਤੇ ਜੂੰ ਤੱਕ ਨਹੀਂ ਸਰਕੀ। ਕਿਸਾਨਾਂ ਦੇ ਵੱਲੋਂ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਇਸ ਬੰਦ ਦਾ ਹੱਲ ਕੱਢਿਆ ਜਾਵੇ। ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਜ਼ਿਆਦਾ ਹੁੰਦੀ ਹੈ ਤਾਂ ਪਿਛਲੇ ਸਾਲ ਦੀ ਤਰ੍ਹਾਂ ਤਬਾਹੀ ਦਾ ਮੰਜ਼ਰ ਵੇਖਣਾ ਪੈ ਸਕਦਾ ਇੱਥੋਂ ਦੇ ਲੋਕਾਂ ਨੂੰ, ਕਿਸਾਨਾਂ ਨੂੰ। ਪਰ ਪ੍ਰਸ਼ਾਸਨਿਕ ਅਧਿਕਾਰੀ ਅਜੇ ਤੱਕ ਕੋਈ ਵੀ ਉੱਥੇ ਨਹੀਂ ਪਹੁੰਚਿਆ। रुख करते हैं अगली अहम खबर का। कोरोना काल दे विच किसानां दे लई हुण सेहत बीमा होवेगा। पंजाब के किसानां लई सेहत बीमा योजना होवेगी। पंजाब सरकार 5 लाख रुपए तक का सेहत बीमा देवेगी। फसल वेचण वाले जे फार्म के आधार ते यह बीमा मिलेगा। उत्थे गन्ना वेचण वाली पर्ची के आधार ते भी ये लाभ मिलेगा। 24 जुलाई तक इस नूं लैके अर्जी दी जा सकती है। तो किसानां नूं लैके बहुत अहम खबर है। उन्हां दी जानकारी वास्ते दस दी कि कोरोना काल दे विच किसानां लई हुण सेहत बीमा होवेगा। पंजाब के किसानां लई सेहत बीमा योजना की सरकार दे वल्लों शुरुआत की गई है। पंजाब सरकार 5 लाख रुपए तक का सेहत बीमा देवेगी। फसल वेचण वाले जे फार्म के आधार पर यह बीमा मिलेगा। उत्थे तुहानूं दस दी कि गन्ना वेचण वाली पर्ची के आधार पर भी ये लाभ किसानां नूं मिलेगा। किसान 24 जुलाई तक अपनी अर्जी इस नूं लैके दे सकते हैं। रुख करते अगली खबर का। हुण गल करांगे हुशियारपुर के पिंड दाता दी, जिथे सरपंच साहिब पिंड के परिवार के नाल रुस गए। रुसे भी इस तरह कि उन्होंने विआह के पेपर ते दस्तखत करन तो साफ तौर पर इनकार कर दिता। की है पूरा माजरा, वेखदे हां रिपोर्ट। सरपंच दी जिम्मेवारी है, सरपंच दी जिम्मेवारी है। सरपंच नूं तूं जान सद नहीं सकदा। अच्छा, ਇਹ ਸਰਪੰਚ ਸਾਹਿਬ ਨਾਰਾਜ਼ ਵੀ ਇਸ ਲਈ ਕਿਉਂਕਿ ਇਹਨਾਂ ਨੂੰ ਵਿਆਹ 'ਚ ਸੱਦਾ ਨਹੀਂ ਦਿੱਤਾ ਗਿਆ। ਸਰਪੰਚ ਸਾਹਿਬ ਰੁੱਸ ਚੁੱਕੇ ਨੇ, ਗੁੱਸੇ ਹੋ ਚੁੱਕੇ ਨੇ। ਗੁੱਸਾ ਵੀ ਅਜਿਹਾ ਕਿ ਸਰਪੰਚ ਸਾਹਿਬ ਸ਼ਾਇਦ ਆਪਣਾ ਫਰਜ਼ ਹੀ ਭੁੱਲ ਚੁੱਕੇ ਨੇ। ਮਾਮਲਾ ਹੁਸ਼ਿਆਰਪੁਰ ਦੇ ਪਿੰਡ ਦਾਤਾ ਦਾ ਹੈ, ਜਿੱਥੇ ਪਿਛਲੇ ਦਿਨੀ ਇੱਕ ਵਿਆਹ ਹੋਇਆ, ਜਿਸ ਤੋਂ ਬਾਅਦ ਪਰਿਵਾਰ ਵਾਲੇ ਸਰਪੰਚ ਕੋਲ ਵਿਆਹ ਦੇ ਪੇਪਰ ਤੇ ਦਸਤਖਤ ਕਰਵਾਉਣ ਗਏ ਤਾਂ ਸਰਪੰਚ ਸਾਹਿਬ ਪਰਿਵਾਰ ਤੋਂ ਰੁੱਸ ਕੇ ਬੈਠ ਗਏ। ਉਹਨਾਂ ਨੇ ਪੇਪਰ ਸਾਈਨ ਕਰਨ ਤੋਂ ਮਨਾ ਹੀ ਕਰ ਦਿੱਤਾ ਤੇ ਸਰਪੰਚ ਸਾਹਿਬ ਦੀ ਨਾਰਾਜ਼ਗੀ ਮੋਬਾਈਲ ਕੈਮਰੇ 'ਚ ਕੈਦ ਹੋ ਗਈ, ਜੋ ਹੁਣ ਖੂਬ ਵਾਇਰਲ ਹੋ ਰਹੀ ਹੈ। ਸਾਈਨ ਕਾਹਦੇ ਨਹੀਂ ਹੋ ਸਕਦਾ? ਪਿੰਡ ਦੇ ਸਰਪੰਚ ਸਾਈਨ ਕਿਉਂ ਨਹੀਂ ਹੋ ਸਕਦਾ? ਮੈਂ ਉੱਥੇ ਕਰਦਾ। ਇੱਥੇ ਆ ਦੱਸੋ, ਵਜ੍ਹਾ ਦੱਸੋ। ਜਵਾਬ ਸਰਪੰਚ ਉਹ ਸਾਡਾ ਮੈਟਰ ਵਾ, ਤੁਹਾਡਾ ਮੈਟਰ ਹੈ। ਸਰਪੰਚ ਦੇ ਇਹ ਜ਼ਿੰਮੇਵਾਰੀ ਹੈ, ਸਰਪੰਚ ਦੀ ਜ਼ਿੰਮੇਵਾਰੀ ਹੈ। ਸਰਪੰਚ ਨੂੰ ਤੁਸੀਂ ਵਿਆਹ ਸੱਦ ਨਹੀਂ ਸਕਦੇ। ਅੱਛਾ, ਵੀਡੀਓ ਵਾਇਰਲ ਹੋਈ ਤਾਂ ਆਪਣੀ ਬਦਨਾਮੀ ਦੇ ਡਰ ਤੋਂ ਸਰਪੰਚ ਸਾਹਿਬ ਪੇਪਰ ਉੱਤੇ ਸਾਈਨ ਕਰਨ ਲਈ ਤੁਰੰਤ ਰਾਜੀ ਵੀ ਹੋ ਗਏ ਤੇ ਹੁਣ ਸਰਪੰਚ ਸਾਹਿਬ ਮਾਮਲੇ ਨੂੰ ਟਾਲਣ ਦੀ ਕੋਸ਼ਿਸ਼ ਵੀ ਕਰ ਰਹੇ ਨੇ। ਇਹ
ਮੇਰੇ ਚਾਚਾ ਜੀ ਦੀ ਲੜਕੀ ਦੀ ਸ਼ਾਦੀ ਸੀ। ਮੈਨੂੰ ਨਹੀਂ ਬੁਲਾਇਆ, ਮੈਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ ਵੀ ਨਹੀਂ ਬੁਲਾਇਆ ਮੈਨੂੰ। ਇਹ ਡਾਕੂਮੈਂਟ ਕੱਲਾ ਇੱਕ ਪੇਜ ਮੈਂ ਅਟੈਸਟ ਨਹੀਂ ਕਰ ਸਕਦਾ ਜਿਹਦੇ ਵਿੱਚ ਇਹ ਲਿਖਿਆ ਗਿਆ ਵੀ ਲੜਕੀ ਦੀ ਸ਼ਾਦੀ ਜੀ ਉਹ ਜੋ ਵੀ ਕੁਝ ਵੀ ਹੈਗਾ। ਹੁਣ ਉਹ ਮੇਰੇ ਕੋਲ ਵਿਆਹ ਦਾ ਕਾਰਡ ਲੈ ਕੇ ਆਏ ਆ। ਹੁਣ ਮੈਨੂੰ ਪਤਾ ਨਾ ਇਸ ਲੜਕੀ ਦੀ ਸ਼ਾਦੀ ਇਹ ਨਵੀਨ ਕੁਮਾਰ ਨਾਲ ਹੋਈ ਹੈ ਜੀ। ਜਦ ਕਿ ਵਿਆਹ ਵਿੱਚ ਜੇ ਮੈਂ ਸ਼ਾਮਲ ਹੁੰਦਾ ਫਿਰ ਤਾਂ ਮੈਂ ਇਹਨੂੰ ਵੀ ਕਰ ਦਿੰਦਾ, ਪਰ ਮੈਨੂੰ ਇਸ ਲੜਕੀ ਦੇ ਬਾਰੇ ਜੇ ਡਾਕੂਮੈਂਟ ਮੈਨੂੰ ਪੂਰੇ ਦਿੱਤੇ ਜਾਣਗੇ ਤਾਂ ਮੈਂ ਇਹਨੂੰ ਟੈਸਟ ਕਰਾਂਗਾ। ਖੈਰ ਹੁਣ ਸਰਪੰਚ ਸਾਹਿਬ ਕਾਗਜ਼ਾਤ ਤੇ ਦਸਤਖਤ ਕਰਨ ਲਈ ਤਿਆਰ ਨੇ, ਜਦੋਂ ਕਿ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਨੇ ਸਰਪੰਚ ਸਾਹਿਬ ਨੂੰ ਵਿਆਹ ਦਾ ਸੱਦਾ ਦਿੱਤਾ ਸੀ ਪਰ ਉਹ ਨਹੀਂ ਆਏ। ਅਸੀਂ ਵੀ ਲਾਗੀ ਕੋ ਮੈਸੇਜ ਭੇਜਿਆ ਇਹਨਾਂ ਨੂੰ, ਜਿੱਦਾਂ ਕਹਿੰਦੇ ਹੁੰਦੇ ਆ ਕਾਰਡ ਨਹੀਂ ਛਪਾਏ, ਇੱਕੋ ਹੀ ਕਾਰਡ ਛਪਾਇਆ ਸੀ। ਓਕੇ, ਇਹਨੇ ਉਹ ਰਿਫਿਊਜ਼ ਕਰਤਾ, ਵਾਪਸ ਕਰਤੇ ਲੱਡੂ ਵਗੈਰਾ ਜੋ ਕੋਈ ਭੇਜਿਆ। ਵਾਇਰਲ ਹੋਈ ਵੀਡੀਓ ਤੇ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਦੋਹਾਂ ਧਿਰਾਂ ਨੂੰ ਥਾਣੇ 'ਚ ਬੁਲਾ ਕੇ ਰਾਜ਼ੀਨਾਮਾ ਕਰਵਾਇਆ ਤੇ ਨਾਲ ਹੀ ਪੁਲਿਸ ਨੇ ਇਹ ਵੀ ਕਿਹਾ ਕਿ ਜੇਕਰ ਸਰਪੰਚ ਵੱਲੋਂ ਕੋਈ ਹੋਰ ਵੀਡੀਓ ਲੜਕੇ ਤੋਂ ਵਾਇਰਲ ਕਰਵਾਈ ਗਈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ। ਤੇ ਮੇਰੇ ਕੋਲ ਦੋਨੇ ਪਾਰਟੀਆਂ ਆਈਆਂ ਸੀਗੀਆਂ ਤੇ ਉਹ ਜਿਹੜਾ ਮੁੰਡਾ ਜਿਹਨੇ ਵੀਡੀਓ ਪਾਈ ਸੀ ਉਹਨੇ ਆਪਣੀ ਗਲਤੀ ਮੰਨੀ ਸੀ ਕਿ ਮੈਂ ਵੀਡੀਓ ਬਣਾ ਕੇ ਆਪਣੀ ਗਲਤੀ ਕੀਤੀ ਆ, ਤੇ ਉਹਦੇ ਵਿੱਚ ਉਹਨੇ ਦੁਬਾਰਾ ਵੀ ਫੇਸਬੁੱਕ ਤੇ ਕਿਹਾ ਸੀ ਵੀ ਮੈਂ ਉਹ ਡਿਲੀਟ ਕਰ ਦਿੱਤੀ ਆ ਜੀ, ਤੇ ਮੈਂ ਆਪਣੀ ਜਿਹੜੀ ਫੇਸਬੁੱਕ ਤੇ ਗਲਤੀ ਮੰਨ ਲਈ ਆ। ਤੇ ਦੋਨਾਂ ਧਿਰਾਂ ਦਾ ਇੱਥੇ ਕੰਪਰੋਮਾਈਜ਼ ਲਿਖਤੀ ਹੋ ਗਿਆ ਸੀਗਾ ਜੀ, ਤੇ ਰਾਜੀਨਾਮਾ ਦੇ ਕੇ ਮੈਨੂੰ ਦੋਨੋਂ ਧਿਰਾਂ ਚਲੀਆਂ ਗਈਆਂ। ਜਾਣਕਾਰੀ ਮੁਤਾਬਕ ਗੋਪਾਲ ਸਰੂਪ ਪਿੰਡ ਦਾਤਾ ਦੇ ਸਰਬਸੰਮਤੀ ਨਾਲ ਸਰਪੰਚ ਚੁਣੇ ਗਏ ਸੀ, ਇਸ ਲਈ ਇਹਨਾਂ ਦਾ ਪਹਿਲਾ ਫਰਜ਼ ਇਹ ਹੈ ਕਿ ਬਿਨਾਂ ਕਿਸੇ ਵੈਰ ਵਿਰੋਧ ਦੇ ਪਿੰਡ ਦੇ ਲੋਕਾਂ ਦੇ ਕੰਮ ਕਰਨ, ਫਿਰ ਭਾਵੇਂ ਕੋਈ ਉਹਨਾਂ ਨੂੰ ਵਿਆਹ 'ਚ ਸੱਦੇ ਜਾਂ ਨਾ। ਹੁਸ਼ਿਆਰਪੁਰ ਤੋਂ ਸਤਪਾਲ ਰਤਨ, ਨਿਊਜ਼ 18।